जी आया नूं प्यारे विद्यार्थियों। पंजाब स्टेट एजुकेशन बोर्ड दी अंग्रेज़ी दी किताब 6वीं जमात दी माई इंग्लिश कंपेनियन उसका लैसन नंबर 4 दी गिविंग ट्री। उस लैसन दियां एक्टिविटीज़ 3, 4, 5, 6 एंड 7 असी इस वीडियो विच करन जा रहे हाँ। तुसी अपनी नोटबुक खोल लो, पैन नाल लै लो तो लोड़ अनुसार वीडियो नूं पॉज करके ਉਹਦੇ ਜਿਹੜੇ ਜਵਾਬ ਨੇ ਸਵਾਲਾਂ ਦੇ, ਐਕਸਰਸਾਈਜ਼ ਦੇ ਕੁਐਸਚਨ ਆਨਸਰਸ ਨੇ ਜਾਂ ਕੋਈ ਹੋਰ ਜ਼ਰੂਰੀ ਗੱਲਾਂ ਨੇ ਉਹ ਤੁਸੀਂ ਨੋਟ ਕਰੀ ਜਾਣੀਆਂ ਹਨ। ਸੋ ਆਓ ਸ਼ੁਰੂ ਕਰੀਏ। एक्टिविटी नंबर 3, रीड द स्टोरी केयरफुली। रीड मैंने पढ़ना, स्टोरी मैंने कहानी, केयरफुली मैंने ध्यान नाल। कहानी नूं ध्यान नाल पढ़ो एंड आंसर दी फॉलोइंग क्वेश्चनस इन यस और नो। ਅਤੇ ਹੇਠ ਲਿਖੇ ਸਵਾਲਾਂ ਦੇ ਜਵਾਬ ਹਾਂ ਜਾਂ ਨਾ ਵਿੱਚ ਦੇਵੋ। ਫੋਰ ਐਗਜ਼ਾਮਪਲ, ਮਸਲਨ ਉਦਾਹਰਨ ਵਜੋਂ ਕੁਐਸਚਨ ਅਗਰ ਹੋਵੇ, ਡਿਡ ਦੀ ਬॉय ਲਵ ਦ ਟਰੀ ਵੈਨ ਹੀ ਵਾਜ਼ ਅ ਚਾਈਲਡ। ਕੀ ਮੁੰਡਾ ਜਦੋਂ ਉਹ ਛੋਟਾ ਬੱਚਾ ਸੀ ਰੁੱਖ ਨੂੰ ਪਿਆਰ ਕਰਦਾ ਸੀ? ਤੇ ਆਨਸਰ ਹੈਗਾ ਉਹਨਾਂ ਨੇ ਦੱਸਿਆ ਯੈਸ ਹੀ ਡਿਡ। ਸੋ ਪੂਰਾ ਸੈਂਟੈਂਸ ਨਹੀਂ ਲਿਖਣਾ, ਯੈਸ ਹੀ ਡਿਡ। ਜੇ ਨੋ ਆਉਂਦਾ ਤੇ ਨੋ ਹੀ ਡਿਡ ਨਾਟ। ਸੋ ਇਸ ਤਰ੍ਹਾਂ ਯੈਸ और नो ਦੇ ਵਿੱਚ ਜਵਾਬ ਹੋਣਗੇ। ਸੋ ਆਓ ਹੁਣ ਸਵਾਲ ਕਰੀਏ। ਕੁਐਸਚਨ ਨੰਬਰ 1, ਡਿਡ ਦੀ ਟਰੀ ਲਵ ਦਾ ਲਿਟਲ ਬॉय। ਡਿਡ ਮਤਲਬ ਭੂਤਕਾਲ ਹੈਗਾ, ਠੀਕ ਹੈ। ਡਿਡ ਨਾਲ ਹਮੇਸ਼ਾ ਫਸਟ ਫॉर्म ਆਏਗੀ, ਲਵ ਹੈ। ਲਿਟਲ ਮੈਨੇ ਛੋਟਾ, ਬॉय ਮੈਨੇ ਮੁੰਡਾ, ਛੋਟਾ ਮੁੰਡਾ। ਕੀ ਰੁੱਖ ਛੋਟੇ ਮੁੰਡੇ ਨੂੰ ਪਿਆਰ ਕਰਦਾ ਸੀ? ਹੁਣ ਪੰਜਾਬੀ 'ਚ ਤਾਂ ਕਰਦਾ ਪੁਲਿੰਗ ਕਰਕੇ ਆ ਰਿਹਾ, ਪਰ ਲਿਖਾਰੀ ਨੇ ਅੰਗਰੇਜ਼ੀ ਦੇ ਵਿੱਚ ਰੁੱਖ ਨੂੰ ਇਸਤਰੀ ਲਿੰਗ ਵਿੱਚ ਵਰਤਿਆ। ਸੋ ਅਸੀਂ ਜਿਵੇਂ ਕਿਤਾਬ 'ਚ ਲਿਖਿਆ ਉੱਦਾਂ ਹੀ ਜਵਾਬ ਦੇਵਾਂਗੇ, ਕਿਉਂਕਿ ਅਸੀਂ ਜਵਾਬ ਇੰਗਲਿਸ਼ ਵਿੱਚ ਦੇਣਾ ਹੈ, ਪਰ ਮੈਂ ਪੰਜਾਬੀ ਤਰਜਮਾ ਕਰ ਦਾਂਗਾ ਉਹਦਾ, ਠੀਕ ਹੈ। ਸੋ ਜਵਾਬ ਹੈ ਯੈਸ ਸ਼ੀ ਡਿਡ। ਹਾਂ ਪਿਆਰ ਕਰਦਾ ਸੀ, ਇਹਦਾ ਇੱਦਾਂ ਹੋਏਗਾ, ਠੀਕ ਹੈ। ਡਿਡ ਦ ਟਰੀ ਹੈਵ ਮਨੀ ਟੂ ਗਿਵ ਦ ਬॉय। ਕੀ ਰੁੱਖ ਕੋਲ ਮੁੰਡੇ ਨੂੰ ਦੇਣ ਲਈ ਪੈਸੇ ਸੀ? ਸਾਨੂੰ ਪਤਾ ਰੁੱਖ ਕੋਲ ਪੈਸੇ, ਉਹ ਕਹਿੰਦਾ ਨਾ ਆਈ ਹੈਵ ਨੋ ਮਨੀ ਬਟ ਮੇਰੇ ਕੋਲ ਪੈਸੇ ਨਹੀਂ ਹੈਗੇ, ਪਰ ਤੂੰ ਮੇਰੇ ਸੇਬ ਲੈ ਜਾ ਤੇ ਸ਼ਹਿਰ ਜਾ ਕੇ ਵੇਚ ਲਈ ਤੇ ਪੈਸੇ ਵੱਟ ਲਈ, ਹੈ ਨਾ। ਯੂ ਕੈਨ ਸੈਲ ਦ ਐਪਲਸ ਐਂਡ ਮੇਕ ਸਮ ਮਨੀ, ਠੀਕ ਹੈ। ਸੋ ਜਵਾਬ ਆ ਜਾਏਗਾ ਨੋ ਸ਼ੀ ਡਿਡ ਨਾਟ, ਅਰਥਾਤ ਨਹੀਂ ਸੀਗੇ ਪੈਸੇ ਉਹਦੇ ਕੋਲ, ਨਹੀਂ ਸੀਗੇ। ਰੁੱਖ ਕੋਲ ਪੈਸੇ ਨਹੀਂ ਸੀਗੇ। ਫਿਰ ਅਗਲਾ ਆ ਗਿਆ, ਡਿਡ ਦੀ ਬॉय ਵਾਂਟ ਟੂ ਗੋ ਟੂ ਅ ਨੀਅਰ ਬਾਈ ਵਿਲੇਜ। ਨੀਅਰ ਬਾਈ ਮੈਨੇ ਲਾਗੇ, ਲਾਗਲਾ, ਨੇੜਲਾ, ਵਿਲੇਜ ਮੈਨੇ ਪਿੰਡ। ਕੀ ਮੁੰਡਾ ਨੇੜਲੇ ਪਿੰਡ ਜਾਣਾ ਚਾਹੁੰਦਾ ਸੀ? ਨਹੀਂ, ਉਹ ਜਿਲੇ ਕਹਿੰਦਾ ਉਹ ਤੇ ਕਿਸੇ ਦੂਜੇ ਸ਼ਹਿਰ ਜਾਣਾ ਚਾਹੁੰਦਾ ਸੀਗਾ। ਉਹ ਕਹਿੰਦਾ ਆਈ ਵਾਂਟ ਟੂ ਗੋ ਟੂ ਅਨਦਰ ਸਿਟੀ ਫॉर ਬਿਜ਼ਨਸ, ਵਪਾਰ ਕਰਨ ਲਈ। ਸੋ ਜਵਾਬ ਆ ਗਿਆ ਕਿ ਉਹ ਪਿੰਡ ਨਹੀਂ ਜਾਣਾ ਚਾਹੁੰਦਾ ਸੀ। ਸੋ ਅਸੀਂ ਲਿਖਾਂਗੇ ਨੋ ਹੀ ਡਿਡ ਨਾਟ, ਅਰਥਾਤ ਨੋ ਹੀ ਡਿਡ ਨਾਟ ਵਾਂਟ ਟੂ ਗੋ ਟੂ ਨੀਅਰ ਬਾਈ ਵਿਲੇਜ। ਨੋ ਹੀ ਡਿਡ ਨਾਟ ਮਤਲਬ ਕਿ ਅੰਡਰਸਟੂਡ ਆ ਗਿਆ, ਇਟਸ ਅੰਡਰਸਟੂਡ ਹੋ ਗਿਆ ਕਿ ਨੋ ਹੀ ਡਿਡ ਨਾਟ। ਕੀ ਉਹ ਲਾਗਲੇ ਪਿੰਡ ਜਾਣਾ ਚਾਹੁੰਦਾ ਸੀ? ਜੇ ਪੰਜਾਬੀ 'ਚ ਕਹੀਏ ਤੇ ਕਹਾਂਗੇ ਨਹੀਂ ਚਾਹੁੰਦਾ ਸੀ, ਇਹਦਾ ਮਤਲਬ ਹੈ ਨਹੀਂ ਚਾਹੁੰਦਾ। ਨੋ ਹੀ ਡਿਡ ਨਾਟ ਅੰਗਰੇਜ਼ੀ ਵਿੱਚ ਅਸੀਂ ਇਸ ਤਰ੍ਹਾਂ ਬੋਲਦੇ ਹਾਂ, ਯੈਸ ਹੀ ਡਿਡ, ਨੋ ਹੀ ਡਿਡ ਨਾਟ, ਯੈਸ ਆਈ ਡਿਡ, ਨੋ ਆਈ ਡਿਡ ਨਾਟ, ਇਸ ਤਰ੍ਹਾਂ ਕਰਕੇ, ਠੀਕ ਹੈ। ਆਓ ਅੱਗੇ ਚਲੀਏ। ਕੁਐਸਚਨ ਨੰਬਰ 4, ਡਿਡ ਦੀ ਬॉय ਗੈਟ ਮੈਰਿਡ। ਕੀ ਮੁੰਡੇ ਨੇ ਵਿਆਹ ਕਰਾਇਆ? ਉਹ ਕਹਿੰਦਾ ਹੈ ਆਈ ਵਾਂਟ ਟੂ ਗੈਟ ਮੈਰਿਡ। ਅੱਗੇ ਕਹਾਣੀ ਵਿੱਚ ਇਹਦਾ ਵੇਰਵਾ ਨਹੀਂ ਹੈਗਾ, ਕਿਉਂਕਿ ਇਹ ਕਹਾਣੀ ਨੂੰ ਸੰਖੇਪ ਕੀਤਾ ਹੋਇਆ ਹੈ। ਜਿਹੜੀ ਮੂਲ ਕਹਾਣੀ ਹੈ ਉਹ ਥੋੜੀ ਵੱਡੀ ਹੈ, ਜਿਹੜੀ ਓਰੀਜਨਲ ਲਿਖੀ ਹੋਈ ਹੈ। ਸੋ 6ਵੀਂ ਕਲਾਸ ਦੇ ਬੱਚਿਆਂ ਦੀ ਕਹਾਣੀ ਨੂੰ ਥੋੜਾ ਛੋਟਾ ਕੀਤਾ ਹੋਇਆ, ਠੀਕ ਹੈ। ਉਹ 'ਚ ਵੇਰਵਾ ਨਹੀਂ ਹੈਗਾ, ਪਰ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿਉਂਕਿ ਉਹ ਕਹਿੰਦਾ ਕਿ ਆਈ ਵਾਂਟ ਟੂ ਗੈਟ ਮੈਰਿਡ। ਸੋ ਅਸੀਂ ਕਹਾਂਗੇ ਯੈਸ ਹੀ ਡਿਡ, ਅਰਥਾਤ ਯੈਸ ਦੀ ਬॉय ਗॉट ਮੈਰਿਡ, ਅਰਥਾਤ ਮੁੰਡੇ ਨੇ ਵਿਆਹ ਕਰਾਇਆ। ਪਰ ਇਹਨੂੰ ਅਸੀਂ ਇੱਦਾਂ ਕਹਾਂਗੇ ਜਿੱਦਾਂ ਯੈਸ ਜਵਾਬ ਦੇਣਾ, ਯੈਸ ਹੀ ਡਿਡ, ਹਾਂ ਕਰਾਇਆ। ਮਤਲਬ ਇੱਦਾਂ ਬੋਲਾਂਗੇ। ਜੇ ਪੰਜਾਬੀ 'ਚ ਕੋਈ ਕਹੇ, ਪੁੱਛੀਏ ਕਿ ਕੀ ਮੁੰਡੇ ਨੇ ਵਿਆਹ ਕਰਾਇਆ, ਤੇ ਇੱਕ ਤਾਂ ਹੈ ਹਾਂ ਮੁੰਡੇ ਨੇ ਵਿਆਹ ਕਰਾਇਆ, ਤੇ ਜਾਂ ਅਸੀਂ ਕਹਾਂਗੇ ਹਾਂ ਕਰਾਇਆ, ਬਸ ਇਸ ਤਰ੍ਹਾਂ, ਯੈਸ ਹੀ ਡਿਡ। ਫਿਰ ਡਿਡ ਦੀ ਟਰੀ ਅਲਾਓ ਦਾ ਬॉय ਟੂ ਸਿਟ ਡਾਊਨ ਔਨ ਦੀ ਸਟੰਪ। ਕੀ ਰੁੱਖ ਨੇ ਬॉय ਨੂੰ ਆਪਣਾ ਸਟੰਪ ਜਿਹੜਾ ਮੁੱਢ ਸੀ ਉਹ 'ਤੇ ਬੈਠਣ ਦੀ ਇਜਾਜ਼ਤ ਦਿੱਤੀ। ਅਲਾਓ ਦਾ ਮਤਲਬ ਹੁੰਦਾ ਪਰਮਿਸ਼ਨ ਦੇਣੀ, ਇਜਾਜ਼ਤ ਦੇਣੀ। ਕੀ ਰੁੱਖ ਨੇ ਮੁੰਡੇ ਨੂੰ ਆਪਣੇ ਮੁੱਢ 'ਤੇ, ਜਿਹੜਾ ਉਹਦਾ ਸਟੰਪ ਬਣਿਆ ਸੀ, ਮੁੱਢ ਸੀ ਉਹਦਾ ਰੁੱਖ ਦਾ, ਉਹ 'ਤੇ ਬੈਠਣ ਦੀ ਇਜਾਜ਼ਤ ਦਿੱਤੀ। ਤੇ ਉਹ 'ਤੇ ਕਹਿੰਦੇ ਇਹ ਕਮ ਐਂਡ ਸਿਟ ਐਂਡ ਟੇਕ ਰੈਸਟ, ਹੈ ਨਾ, ਉੱਥੇ ਆਰਾਮ ਕਰ ਬੈਠ ਕੇ।
सो जवाब है यस शी डिड, हाँ उन्हें इजाज़त दी। ठीक है। सो प्यारे बच्चों, ऐसी थोड़ी एक्टिविटी नंबर 3। नाउ लेट अस मूव ऑन टू एक्टिविटी नंबर 4। सो एक्टिविटी नंबर 4 की कहती है आंसर दी फॉलोइंग क्वेश्चंस। है बच्चों साडा जिहड़ा विषय चल रहा है लर्निंग टू रीड एंड कॉम्प्रीहेंड, मानी कॉम्प्रीहेंशन। जो सबक पढ़िया है वो ही सवालों के जवाब असी लभने ने। ठीक है। आंसर दी फॉलोइंग क्वेश्चंस, हेठ लिखे सवालों के जवाब दवो। सो बच्चों ਜਿਹੜੇ पैराग्राफ चो ਜਿਹੜੀ पंक्तियां चो जवाब मिलना है वो सबक विचों ही पंक्तियां मैं जामनी रंग च थले लिख दित्तियां ने, ताकि तुहानूं भी पता लग जाए कि किवें पैसेज पढ़ के किवें सबक पढ़ के उस जवाब लभे जाते हैं। ठीक है। सो मैं तुहानूं दसांगा किदां मैं कीता है। हू वुड कम एंड प्ले विद द ट्री, कौन आउंदा सी अते रुख नाल खेडदा सी। हुण मैनूं जवाब नहीं पता, मतलब जवाब लभना। सो मैं लैसन जिहड़े पढ़िया तो लैसन इदां शुरू होंदा है वंस देयर वाज अ ट्री, एक बार की गल है एक रुख सी, एंड शी लव्ड अ लिटल बॉय, अते वह रुख छोटे मुंडे नूं प्यार करदा सी। एवरी डे द बॉय वुड कम, रोज़ वह मुंडा आउंदा सी, ईट एप्पल सेब खांदा सी, एंड प्ले विद हर, अते उहदे नाल खेडदा सी। सो पता लग गया भी कौन आउंदा सी, एक छोटा मुंडा आउंदा सी। सो जवाब आ गया अ लिटल बॉय वुड कम एंड प्ले विद द ट्री, एक छोटा मुंडा आउंदा सी अते रुख दे नाल खेडदा सी। सो सानू जवाब मिल गया। देखो सबक विचों जवाब लभना है। आओ हुण क्वेश्चन नंबर 2 करिए। हू वाज टू बिग टू क्लाइंब एंड प्ले, कौन सी जो कहता सी कि मैं वड्डा हो गया तो हुण मैं चढ़ नहीं सकता तो खेड नहीं सकता। है क्या कहता आई एम टू बिग टू क्लाइंब एंड प्ले, वो कहता कौन कहता सैट द बॉय। हुण सानू पता लग गया, यह गल मुंडे ने कही कि मैं हुण वड्डा हो गया तो इस करके मैं रुख ते नहीं चढ़ सकता तो खेड नहीं सकता। सो सानू जवाब मिल गया हू वाज टू बिग, सो द लिटल बॉय वाज टू बिग टू क्लाइंब एंड प्ले। बस हो गया। जे ते हू है, हू की जगह लिख देना है द लिटल बॉय, वो कहते कौन तो लिटल बॉय, बाकी सारा वही आ गया वाज टू बिग टू क्लाइंब एंड प्ले, वाज टू बिग टू क्लाइंब एंड प्ले। हो गया बस, इतना सौखा है। आओ अगे चलिए। ओके, वाई डिड द बॉय वॉन्ट आ बोट। देखो डिड भूतकाल है, सो डिड दे नाल की आया वॉन्ट, चाहता सी, है ना। पर फर्स्ट फॉर्म आई है, डिड नाल फर्स्ट फॉर्म आती है। वट वाई डिड दी बॉय वॉन्ट आ बोट, बोट मैंने बेड़ी, मुंडा बेड़ी क्यों चाहता सी। ए देखो हुण असीं सवाल का जवाब लभीए। जिसले लैसन पढ़ते हैं वो कहता आई वॉन्ट टू गो टू अनदर सिटी फॉर बिजनस, कैन यू गिव मी अ बोट दैट विल टेक मी अवे टू अनदर सिटी। कहता मैं दूजे शहर व्यापार करन जाना चाहना, की तू मैनू बेड़ी दे सकता है जिहड़ी बेड़ी मैनू दूजे शहर लै जाएगी। सो सानू जवाब मिल गया बेड़ी काहदे लई चाहता सी, वो दूजे शहर जाना चाहता सी। सो साडा जवाब आ गया, क्योंकि इत्थे डिड हैगा तो असीं वॉन्ट का करता वॉन्टिड। दी बॉय वॉन्टिड अ बोट, दी बॉय वॉन्टिड अ बोट टू गो टू अनदर सिटी, दूजे शहर जाण लई वो बेड़ी चाहता सी। सो सानू जवाब मिल गया। आओ हुण अगे चलीए। देखा बच्चों, ਤੁਸੀਂ ਜੇ ਤਰਤੀਬ ਨਾਲ ਸਿਸਟੇਮੈਟਿਕ ਢੰਗ ਦੇ ਨਾਲ ਪੜ੍ਹੋਗੇ, ਇਹ ਸਾਰਾ ਢੰਗ ਮੈਂ ਤੁਹਾਨੂੰ ਦੱਸ ਦਿੱਤਾ ਹੈ, ਤੁਸੀਂ ਇਹਨੂੰ ਸੀਰੀਅਸਲੀ ਬਿਲਕੁਲ ਇਸੇ ਢੰਗ ਨਾਲ ਪੜ੍ਹੋ, ਤੁਹਾਨੂੰ ਫਿਰ ਆਦਤ ਪੈ ਜਾਏਗੀ, ਤੁਹਾਨੂੰ ਫਿਰ ਪਤਾ ਲੱਗ ਜਾਏਗਾ ਪੜ੍ਹਾਈ ਕਿਵੇਂ ਕਰਨੀ ਹੈ ਤੇ ਤੁਹਾਡੇ ਲਈ ਕੰਮ ਬੜਾ ਸੌਖਾ ਹੋ ਜਾਏਗਾ। ਪਰ ਤੁਸੀਂ ਕੰਮ ਕਿਰਪਾ ਕਰਕੇ ਅੱਧ ਪਚੱਦਾ ਨਾ ਕਰਿਓ। ਪੜ੍ਹਾਈ ਸਿਰਫ ਨੰਬਰ ਲੈਣ ਲਈ ਨਹੀਂ ਕਰਨੀ, ਪੜ੍ਹਾਈ ਸਿਰਫ ਪਾਸ ਹੋਣ ਲਈ ਨਹੀਂ ਕਰਨੀ, ਪੜ੍ਹਾਈ ਪੜ੍ਹਨ ਲਈ, ਸ਼ੌਕ ਪੈਦਾ ਕਰਨ ਲਈ, ਗਿਆਨ ਹਾਸਿਲ ਕਰਨ ਲਈ ਪੜ੍ਹਨੀ ਹੈ। ਠੀਕ ਹੈ। ਸੋ ਆਓ ਚਲੀਏ क्वेश्चन नंबर 4। ਵਾਈ ਡਿਡ ਦੀ ਬॉय ਵਾਂਟ ਟੂ ਗੋ ਟੂ ਅਨਦਰ ਸਿਟੀ। ਹੁਣ ਅਗਲਾ ਜਵਾਬ ਆ ਗਿਆ, ਉਹਦੇ ਨਾਲ ਹੀ ਜੁੜਦਾ। ਪਹਿਲੇ ਤੇ ਕਹਿੰਦੇ ਸੀ ਉਹ ਬੇੜੀ ਕਾਹਤੇ ਚਾਹੁੰਦਾ ਸੀ, ਹੁਣ ਅਗਲਾ ਜਵਾਬ ਹੈਗਾ ਕਿ ਉਹ ਦੂਜੇ ਸ਼ਹਿਰ ਕਿਉਂ ਜਾਣਾ ਚਾਹੁੰਦਾ ਸੀ। ਇਹ ਸਵਾਲ ਵੀ ਬੱਚੋ ਉਹਦੇ ਵਿੱਚ ਲੁਕਿਆ, ਜਵਾਬ ਉਹ 'ਚ ਲੁਕਿਆ ਸੀਗਾ। ਉਹ ਕਹਿੰਦਾ ਆਈ ਵਾਂਟ ਟੂ ਗੋ ਟੂ ਅਨਦਰ ਸਿਟੀ ਫॉर ਬਿਜ਼ਨਸ, ਉਹ ਬਿਜ਼ਨਸ ਲਈ ਚਾਹੁੰਦਾ ਸੀਗਾ। ਸੋ ਅੱਗੇ ਜਵਾਬ ਆ ਗਿਆ ਦੀ ਬॉय ਵਾਂਟਿਡ, ਕਿਉਂ ਡਿਡ ਹੈਗਾ ਇੱਥੇ ਵਾਂਟ ਦਾ ਵਾਂਟਿਡ ਕਰਤਾ। ਦੀ ਬॉय ਵਾਂਟਿਡ ਟੂ ਗੋ ਟੂ ਅਨਦਰ ਸਿਟੀ फॉर बिजनेस, व्यापार करने ਲਈ जाना चाहता ਸੀਗਾ। सो सिंपल। सो साडा यह सवाल का जवाब भी हो गया। आओ हुण अगला ते आखिरी सवाल इस एक्टिविटी का करिए। यह सवाल, यह जवाब थोड़ा वड्डा है। मैं देखिए सारे तुहाडे एक्सरसाइजां इदां ही है, पहले जिहड़े सवाल ने वो छोटे छोटे होंदे ने ते अखीरला सवाल थोड़ा वड्डा होंदा है। यह चंगी गल है, ताकि तुहाडा कॉन्फिडेंस लैवल, आत्म विश्वास जिहड़ा है, स्वै भरोसा हौली हौली वधे। पहले तुसीं सौखे सवाल करो, फिर दूजा सौखा करो, उन्ना तुहानूं चंगा लगेगा, तो फिर
ਅਖੀਰਲਾ ਸਵਾਲ ਜਿਹੜਾ ਹੁੰਦਾ ਉਹ 'ਚ ਉਹ 2 ਜਾਂ 3 ਲਾਈਨਾਂ ਦਾ ਹੁੰਦਾ, ਉਹ 'ਚ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ, ਇਸੇ ਤਰ੍ਹਾਂ ਤੁਹਾਡਾ ਅਭਿਆਸ ਹੋਏਗਾ। ਕਹਿੰਦੇ ਵਟ ਡਿਡ ਦਾ ਟਰੀ ਸੇ ਇਨ ਦਾ ਐਂਡ। ਦੇਖੋ ਡਿਡ ਹੈਗਾ, ਇਹ ਵੀ ਭੂਤਕਾਲ ਹੈ, ਤੇ ਸੇ ਫਸਟ ਫਾਰਮ ਹੈਗੀ ਹੈ। ਹੁਣ ਜਵਾਬ ਵਿੱਚ ਆਏਗਾ ਸੈਡ ਆਏਗਾ, ਠੀਕ ਹੈ। ਬਸ ਇਹ ਨਿੱਕੇ ਨਿੱਕੇ ਨੁਕਤੇ ਮੈਂ ਬਾਰ-ਬਾਰ ਦੁਹਰਾਈ ਜਾ ਰਿਹਾ ਤਾਂ ਕਿ ਤੁਸੀਂ ਸੁਣ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਇਹਦੀ ਪਕੜ ਤੁਹਾਡੀ ਪੱਕੀ ਹੋ ਜਾਏ, ਠੀਕ ਹੈ। ਵਟ ਡਿਡ ਦੀ ਟਰੀ ਸੇ ਇਨ ਦੀ ਐਂਡ। ਐਂਡ ਮੈਨੇ ਓੜਕ ਨੂੰ, ਅੰਤ ਨੂੰ, ਅਖੀਰ ਵੇਲੇ ਜਦੋਂ ਕਹਾਣੀ ਖਤਮ ਹੋ ਜਾਂਦੀ ਹੈ, ਤੇ ਰੁੱਖ ਨੇ ਕੀ ਕਿਹਾ। ਸੋ ਦੇਖੋ ਹੁਣ ਇਹ ਹੈਗਾ ਰੁੱਖ ਜਿਹੜੇ ਬੁੱਢਾ ਹੋ ਕੇ ਆ ਜਾਂਦਾ, ਉਹ ਮੁੰਡਾ ਕਹਿੰਦਾ ਕਿ ਆਈ ਐਮ ਐਨ ਓਲਡ ਮੈਨ ਨਾਓ, ਹੈ ਨਾ, ਹੀ ਵਾਜ਼ ਐਨ ਓਲਡ ਮੈਨ ਆਉਂਦਾ, ਅਤੇ ਉਸ ਲਈ ਰੁੱਖ ਹੀ ਕਹਿੰਦਾ ਆਈ ਐਮ ਸੌਰੀ ਬੋਏ, ਕਾਕਾ ਮੈਨੂੰ ਅਫਸੋਸ ਹੈ, ਆਈ ਹੈਵ ਨਥਿੰਗ ਟੂ ਗਿਵ ਯੂ, ਹੁਣ ਮੇਰੇ ਕੋਲ ਤੈਨੂੰ ਦੇਣ ਲਈ ਕੁਝ ਨਹੀਂ ਹੈਗਾ। ਫਿਰ ਕਹਿੰਦਾ ਸੈਡ ਦਾ ਟਰੀ, ਰੁੱਖ ਨੇ ਇੱਦਾਂ ਕਿਹਾ, ਆਈ ਵਿਸ਼ ਆਈ ਕੁਡ ਗਿਵ ਯੂ ਸਮਥਿੰਗ, ਕਾਸ਼ ਮੈਂ ਤੈਨੂੰ ਕੁਝ ਦੇ ਸਕਦਾ। ਆਈ ਐਮ ਜਸਟ ਐਨ ਓਲਡ ਸਟੰਪ, ਮੈਂ ਤਾਂ ਇੱਕ ਮਸਾਂ ਪੁਰਾਣਾ ਮੁੱਢ ਹੈਗਾ। ਵੈਲ ਠੀਕ ਹੈ, ਐਨ ਓਲਡ ਸਟੰਪ ਇਜ਼ ਗੁੱਡ ਫॉर ਸਿਟਿੰਗ ਐਂਡ ਰੈਸਟਿੰਗ, ਕੋਈ ਗੱਲ ਨਹੀਂ, ਜਿਹੜਾ ਇਹ ਓਲਡ ਸਟੰਪ ਹੈ, ਪੁਰਾਣਾ ਮੁੱਢ ਹੈ, ਇਹ ਬੈਠਣ ਲਈ ਅਤੇ ਆਰਾਮ ਕਰਨ ਲਈ ਵਧੀਆ ਹੈ। ਕਮ ਬॉय ਸਿਟ ਡਾਊਨ ਐਂਡ ਰੈਸਟ, ਆ ਕਾਕਾ ਤੂੰ ਇੱਥੇ ਬੈਠ ਤੇ ਆਰਾਮ ਕਰ। ਇਹ ਗੱਲਾਂ ਉਹਨੇ ਕਹੀਆਂ, ਹੁਣ ਇਹ ਗੱਲਾਂ ਨੂੰ ਅਸੀਂ ਜੋੜ ਦਿੰਦੇ ਹਾਂ, ਹੁਣ ਛੋਟਾ ਕਰ ਦਿੰਦੇ ਹਾਂ। ਸੋ ਅਸੀਂ ਕਹਾਂਗੇ ਦੀ ਟਰੀ ਸੈਡ ਇਨ ਦਾ ਐਂਡ, ਰੁੱਖ ਨੇ ਅੰਤ ਵੇਲੇ ਕਿਹਾ, ਕੀ ਕਿਹਾ ਕਿ that she had nothing more to give, ਇਹ ਦੇਖੋ ਨਾ, I have nothing to give you, ਕਹਿੰਦਾ she had nothing more to give, ਉਹਦੇ ਕੋਲ ਹੁਣ ਦੇਣ ਲਈ ਕੁਝ ਨਹੀਂ ਸੀ, ਕਿਉਂਕਿ ਉਹਨੇ ਸੇਬ ਵੀ ਦੇ ਦਿੱਤੇ, ਟਾਹਣੀਆਂ ਵੀ ਦੇਤੀਆਂ, ਤਣਾ ਵੀ ਦੇ ਦਿੱਤਾ, ਹੁਣ ਕੁਝ ਬਚਿਆ ਹੀ ਨਹੀਂ ਸੀਗਾ। she had nothing more to give as she was just an old stump, ਕਿਉਂਕਿ ਉਹ ਹੁਣ ਸਿਰਫ ਇੱਕ ਪੁਰਾਣਾ ਜਿਹਾ ਮੁੱਢ ਸੀ, ਠੀਕ ਹੈ ਨਾ। and the boy could sit on the stump to rest, ਤੇ ਦੂਜਾ ਉਹਨੇ ਗੱਲ ਕਹੀ ਵੀ ਤੂੰ ਜੇ ਚਾਹੇ ਤੇ ਜਿਹੜਾ ਮੁੰਡਾ ਹੈ ਉਹ ਉਸ ਮੁੱਢ ਦੇ ਉੱਤੇ, ਉਹ ਜਿਹੜਾ ਸਟੂਲ ਜਿਹਾ ਬਣ ਗਿਆ ਸੀ ਉਹ ਵੱਢ ਕੇ, ਹੈ ਨਾ, ਇੱਕ ਉਹਦਾ ਮੁੱਢ ਰਹਿ ਗਿਆ ਸੀਗਾ, ਜੜ ਦੇ ਉੱਤੇ, ਜੜ ਦਾ ਉਤਲਾ ਹਿੱਸਾ ਰਹਿ ਗਿਆ ਸੀਗਾ, ਉਹ 'ਤੇ ਬੈਠ ਕੇ ਉਹ ਆਰਾਮ ਕਰ ਸਕਦਾ ਹੈ। ਇਹ ਗੱਲ ਉਹਨੇ ਮਤਲਬ ਕਿ ਕਹੀ। ਅਖੀਰ 'ਚ ਉਹਨੇ ਇਹ ਗੱਲਾਂ ਕਹੀਆਂ, ਮੇਰੇ ਕੋਲ ਤੈਨੂੰ ਦੇਣ ਲਈ ਕੁਝ ਨਹੀਂ ਹੈਗਾ, ਮੈਂ ਹੁਣ ਇੱਕ ਪੁਰਾਣਾ ਮਤਲਬ ਜੜ ਥੱਲੇ ਦੇ ਉੱਤੇ ਮੇਰਾ ਛੋਟਾ ਜਿਹਾ ਮੁੱਢ ਰਹਿ ਗਿਆ, ਮੈਂ ਉਹੀ ਹੈਗਾ ਇੱਕ, ਤੂੰ ਇਹਦੇ 'ਤੇ ਆ ਕੇ ਬੈਠ ਕੇ ਆਰਾਮ ਕਰ ਸਕਦਾ ਹੈ। ਸੋ ਇਹ ਗੱਲਾਂ ਉਹਨੇ 2 ਗੱਲਾਂ ਕਹੀਆਂ, 2 ਲਾਈਨਾਂ ਨੇ। ਦੇਖੋ ਦੀ ਟਰੀ ਸੈਡ ਇਨ ਦਾ ਐਂਡ that she had nothing more to give as she was just an old stump, ਕਿਉਂਕਿ ਉਹ ਇੱਕ ਮੁੱਢ ਰਹਿ ਗਿਆ ਸੀ, ਇਸਕੋ ਦੇਣ ਲਈ ਕੁਝ ਨਹੀਂ ਸੀਗਾ। and the boy could sit on the stump to rest, ਅਤੇ ਮੁੰਡਾ ਉਸ ਸਟੰਪ ਉੱਤੇ, ਉਸ ਮੁੱਢ ਉੱਤੇ ਬੈਠ ਕੇ ਆਰਾਮ ਕਰ ਸਕਦਾ ਸੀ, ਠੀਕ ਹੈ ਬੱਚਿਓ। ਸੋ ਇਹ ਸੀ ਤੁਹਾਡੀ ਇਹ ਵਾਲੀ ਐਕਟੀਵਿਟੀ, ਤੇ ਆਉਣ ਅਗਲੀ ਐਕਟੀਵਿਟੀ ਵੱਲ ਵਧੀਏ। ਐਕਟੀਵਿਟੀ ਨੰਬਰ 5, ਫਿਲ ਇਨ ਦੀ ਬਲੈਂਕਸ ਵਿਦ ਦੀ ਵਰਡਸ ਗਿਵਨ ਬਿਲੋ, ਖਾਲੀ ਸਥਾਨ ਭਰੋ ਉਹਨਾਂ ਸ਼ਬਦਾਂ ਨਾਲ ਜਿਹੜੇ ਸ਼ਬਦ ਥੱਲੇ ਦਿੱਤੇ ਹੋਏ ਨੇ। ਯੂ ਕੈਨ ਯੂਜ਼ ਈਚ ਵਰਡ ਟਵਾਈਸ, ਤੁਸੀਂ ਕਿਸੇ ਸ਼ਬਦ ਨੂੰ ਚਾਹੋ ਤੇ ਦੁਹਰਾ ਵੀ ਸਕਦੇ ਹੋ, 2 ਵਾਰ ਵਰਤ ਸਕਦੇ ਹੋ। ਇਫ ਨੈਸੈਸਰੀ, ਲੋੜ ਪੈਣ 'ਤੇ, ਜੇ ਤੁਸੀਂ ਲੋੜ ਮਹਿਸੂਸ ਕਰੋ ਤੇ, ਠੀਕ ਹੈ। ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਵਰਤਣਾ ਹੀ ਹੈ, ਪਰ ਜੇ ਕਿਤੇ ਮਹਿਸੂਸ ਹੋਵੇ ਤਾਂ ਤੁਸੀਂ 2 ਵਾਰ ਵਰਤ ਸਕਦੇ ਹੋ। ਸੋ ਇਹ ਸ਼ਬਦ ਤੁਸੀਂ ਨੋਟ ਕਰ ਲਓ, ਕਿਉਂਕਿ ਹੁਣ ਅਗਲੀ ਸਲਾਈਡ ਚੱਲੇਗੀ, ਫਿਰ ਨਜ਼ਰ ਨਹੀਂ ਆਉਣਗੇ। ਸੇਲਡ, ਟਰੀ, ਸਟੰਪ। ਸੇਲਡ ਮੈਨੇ ਆਪਣਾ ਬੇੜੀ ਰਾਹੀਂ, ਜਹਾਜ਼ ਰਾਹੀਂ ਸਫ਼ਰ ਕੀਤਾ। ਟਰੀ ਦਾ ਮਤਲਬ ਰੁੱਖ, ਸਟੰਪ ਦਾ ਮਤਲਬ ਮੁੱਢ। ਗਰੂ ਮੈਨੇ ਵੱਡਾ ਹੋਇਆ। ਹੈਪੀ ਦਾ ਮਤਲਬ ਖੁਸ਼। ਕਲਾਈਂਬ ਅਪ ਮੈਨੇ ਕਿਸੇ ਚੀਜ਼ ਨੂੰ ਫੜ ਕੇ ਉੱਪਰ ਚੜ੍ਹਨਾ। ਸਵਿੰਗ ਮੈਨੇ ਝੂਟਣਾ। ਹਾਊਸ ਦਾ ਮਤਲਬ ਘਰ। ਟਾਇਰਡ ਦਾ ਮਤਲਬ ਥੱਕਿਆ ਹੋਇਆ। ਐਪਲਸ ਦਾ ਮਤਲਬ ਸੇਬ। ਸੋ ਆਓ ਹੁਣ ਸੈਂਟੈਂਸ ਦਿੱਤੇ ਨੇ ਬੱਚਿਓ, ਜੇ ਅਸੀਂ ਕਹਾਣੀ ਪੜ੍ਹ ਲਈਏ ਤੇ ਅਸੀਂ ਬੜੇ ਆਰਾਮ ਦੇ ਨਾਲ ਉਹਨੂੰ ਭਰ ਸਕਦੇ ਹਾਂ। ਤੁਸੀਂ ਚਾਹੋ ਤੇ ਵੀਡੀਓ ਨੂੰ ਪੌਜ਼ ਕਰ ਲਓ ਤੇ ਨਾਲ ਉਹ ਤੁਸੀਂ ਆਪ ਲਿਖ ਲਓ, ਤੇ ਫਿਰ ਬਾਅਦ ਚੋਂ ਆਨਸਰ ਜਿਹੜੇ ਨੇ ਆਪਣੇ ਮੇਲ ਕਰ ਲਓ। ਆਓ ਹੁਣ ਸ਼ੁਰੂ ਕਰੀਏ। ਵੰਸ ਦੇਅਰ ਵਾਜ਼ ਅ ਬॉय ਐਂਡ ਖਾਲੀ ਸਥਾਨ। ਸਾਨੂੰ ਪਤਾ ਇੱਕ ਬॉय ਹੈ, ਇੱਕ ਟਰੀ ਹੈਗਾ, ਸੋ ਅਸੀਂ ਉਹ 'ਚੋਂ ਸ਼ਬਦ ਭਰਤਾ ਟਰੀ। ਵੰਸ ਦੇਅਰ ਵਾਜ਼ ਅ ਬॉय ਐਂਡ ਅ ਟਰੀ, ਠੀਕ ਹੈ। ਫਿਰ ਅਗਲਾ ਆ ਗਿਆ, ਦੀ ਬॉय ਪਲੇਡ ਵਿਦ। ਬॉय ਮੁੰਡਾ ਕਿਹਦੇ ਖੇਡਦਾ ਸੀ? ਰੁੱਖ ਨਾਲ ਖੇਡਦਾ ਸੀ। ਬॉय ਪਲੇਡ ਵਿਦ ਦਾ ਟਰੀ। ਹੁਣ ਦੇਖੋ 2 ਵਾਰ ਵਰਤ ਲਿਆ ਨਾ, ਇੱਥੇ ਵੀ ਟਰੀ ਵਰਤ ਲਿਆ, ਇੱਥੇ ਵੀ ਟਰੀ ਵਰਤ ਲਿਆ ਆਪਾਂ। ਹੁਣ ਕਿਹਾ 2 ਵਾਰ ਤੁਸੀਂ ਵਰਤ ਸਕਦੇ ਹੋ ਕੋਈ ਸ਼ਬਦ, ਸੋ ਸਾਨੂੰ ਪਹਿਲੇ 2 ਸੈਂਟੈਂਸਾਂ ਵਿੱਚ ਹੀ ਲੋੜ ਪੈ ਗਈ ਦੁਬਾਰਾ ਵਰਤਣ ਦੀ। ਵੰਸ ਦੇਅਰ ਵਾਜ਼ ਅ ਬॉय ਐਂਡ ਅ ਟਰੀ, ਦੀ ਬॉय ਪਲੇਡ ਵਿਦ ਦਾ ਟਰੀ। ਦੀ ਟਰੀ ਆਸ ਦਾ ਬॉय, ਰੁੱਖ ਨੇ ਮੁੰਡੇ ਨੂੰ ਕਿਹਾ, ਟੂ ਕਲਾਈਂਬ ਅਪ, ਉੱਪਰ ਚੜ੍ਹ। ਈਟ ਐਪਲਸ, ਸੇਬ ਖਾ। ਐਂਡ ਸਵਿੰਗ, ਅਤੇ ਝੂਟ। ਕਿੱਥੋਂ? ਫਰੋਮ ਹਰ ਬ੍ਰਾਂਚਿਸ, ਉਹਦੀਆਂ ਟਾਹਣੀਆਂ ਨੂੰ ਲੈ ਕੇ ਝੂਟੇ ਲੈ। ਸੋ ਅਸੀਂ ਕਲਾਈਂਬ ਅਪ ਵੀ ਵਰਤ ਦਿੱਤਾ,
एप्पल्स भी वर्ड दिता, ईट वो सीगा नहीं, ईट मैं अपने लो लिख दिता है बच्चों, ईट एप्पल्स एंड स्विंग, स्विंग मैंने झूटना, पींग झूटनी या लमक के झूटना, ठीक है। इतने पींग की गल तो है नहीं क्योंकि एप्पल का रुख इन्ना वड्डा नहीं होंदा, वो टाणियां फड़ के झूटदा सीगा, ठीक है। फ्रॉम हर ब्रांचिस दी बॉय ग्रीव ओल्डर, ग्रो मैंने वधना, ग्रीव मैंने वधिया, ओल्डर मैंने उम्र च वधिया। सो दी बॉय ग्रीव ओल्डर, मुंडा उम्र विच वड्डा होया। दी ट्री आस्क्ड द बॉय टू सैल ऑफ एप्पल्स टू गैट मनी, इदां ही सी उन्हें की किया सी, सैल ऑफ की वेच देवे, सेब वेच देवे, सेब के बारे गल की सी उन्हें। रुख ने मुंडे नूं सेब वेच के पैसा प्राप्त करने की गल की। आओ अगे चलिए। दी बॉय कट ऑफ दी ब्रांचिस टू मेक अ हाउस, घर ही बनाया सी ना, जब उन्हें कहा आई वॉन्ट टू गैट मैरिड, आई नीड अ हाउस, कैन यू गिव मी अ हाउस, वो कहना तू मेरी टाणियां वड्ढ के लै जा ते घर बना ला। सो सानू जवाब मिल गया, दी बॉय कट ऑफ दी ब्रांचिस टू मेक अ हाउस, इत्थे हाउस ही आएगा, और कुछ आना ही नहीं। शब्द तुसी बच्चे सामने रख लो तो तुसी कहानी जे पढ़ लीए तुसी अपने आप ही फिट कर लोगे शब्द, ठीक है। दी बॉय मेड अ बोट फ्रॉम दी ट्रंक, हुण टाणियां तो घर बनाया सीगा ते बेड़ी के तो बनाई सी, बेड़ी उन्हें तने तो बनाई सी, ट्रंक तना जिहड़ा हुंदा मोटा तना जिहड़ा हुंदा रुख दा। दी बॉय मेड अ बोट फ्रॉम दी ट्रंक ऑफ द ट्री, काहदे लई बनाई सी, बेड़ी राहीं वो दूजे शहर गया सी, है ना, ਵਪਾਰ ਕਰਨ ਲਈ। तो सेल्ड अवे, ठीक है ना, ਜਿੱਦਾਂ ਕੋਈ ਵਾਹਨ ਹੁੰਦਾ ਹੈ, ਕਾਰ ਦੇ ਨਾਲ ਅਸੀਂ ਕਹਿੰਦੇ ਡਰਾਈਵ ਅਵੇ, ਠੀਕ ਹੈ। ਤੇ ਜਿਹੜੇ ਬੇੜੀ ਹੋਵੇ, ਜਹਾਜ਼ ਹੋਵੇ, ਫਿਰ ਅਸੀਂ ਕਹਿੰਦੇ ਸੇਲਡ ਅਵੇ, ਠੀਕ ਹੈ ਨਾ। ਸੇਲਡ ਅਵੇ, ਸੇਲਡ ਅਵੇ ਮਤਲਬ ਕਿ ਪਾਣੀ ਰਾਹੀਂ ਉਹ ਚਲਾ ਗਿਆ, ਪਾਣੀ ਰਾਹੀਂ ਉਹਨੇ ਸਫ਼ਰ ਕੀਤਾ। ਦੀ ਟਰੀ ਵਾਜ਼ ਨਾਟ ਹੈਪੀ, ਹੁਣ ਹੈਪੀ ਸ਼ਬਦ ਹੈਗਾ, ਦ ਟਰੀ ਵਾਜ਼ ਨਾਟ ਹੈਪੀ, ਰੁੱਖ ਖੁਸ਼ ਨਹੀਂ ਸੀਗਾ ਜਦੋਂ ਉਹ ਉਹਨੇ ਤਣਾ ਵੱਢ ਦਿੱਤਾ ਉਹਦਾ, ਨਾ ਤਣਾ ਵੀ ਲੈ ਲਿਆ, ਬੇੜੀ ਬਣਾ ਲਈ, ਦੂਜੇ ਸ਼ਹਿਰ ਚਲਾ ਗਿਆ, ਤੇ ਟਰੀ ਵਾਜ਼ ਨਾਟ ਹੈਪੀ। फिर आया, द बॉय केम बैक टू द ट्री, ही सैड दैट ही वॉज टायर्ड, यही सीगा टायर्ड, कहना मैं थकिया होया हैगा। नाले तुसीं शब्द देख लो सामने, इत्थे यही चीज़ आएगी। मुंडा रुख कोल वापस आया, उन्हें क्या वो थकिया होया है। द बॉय सैट ऑन दी स्टंप टू रेस्ट, उत्थे बैठा सीगा, मुंड दे उत्ते बैठा सीगा, मुंडा रुख दे मुंड उत्ते बैठ के उन्हें आराम कीता। बैठ मुंडे ने आराम करन लई रुख दे मुंडा आराम करन लई रुख दे मुੱਢ ते बैठिया, ठीक है। सैट ऑन दी स्टंप, सिट मैंने बैठना, सैट मैंने बैठिया, कित्थे बैठिया, ऑन दी स्टंप, मुੱਢ ते बैठिया, टू रेस्ट आराम करन लई, ठीक है बच्चों। सो ऐसी साडी अगली एक्टिविटी। हुण आओ अगली एक्टिविटी वल वधीए। एक्टिविटी नंबर 6, गिव ऑपोजिट्स ऑफ दी गिवन वर्ड्स इन दी गिवन स्पेस। ਹੁਣ स्पेस दिता है, उन्हें शब्द दिते ने, एवले शब्द दिते हुए ने, तो इन्हों के विरोधी शब्द लिखने ने, विरोधी अर्थ वाले, ठीक है ना, ऑपोजिट अर्थ वाले। गिव ऑपोजिट्स ऑफ दी गिवन वर्ड्स इन द, विरोधी शब्द में क्या जाता है इंग्लिश में बच्चों, एंटोनिम्स, ANTONYMS, एंटोनिम्स, ठीक है ना। सो यह तुम शायद अगली क्लास में तुहाडे आएगा, हाले तुसीं यह सीख लो कि ऑपोजिट मतलब विरोधी अर्थ वाले शब्द। हैप्पी मैंने खुश, तो खुश का पुट्ठा की होंदा है, उल्टा की होंदा है पंजाबी उदास, तो उदास नूं इंग्लिश कहने सैड। इदां करके तुसीं अपने मन सोची जाओ। गिव दा, गिव नूं पंजाबी की कहने आ, देना, ठीक है। तो देना का उल्टा की होंदा है, लैना, तो लैना नूं पंजाबी की कहंदे ने, टेक, हो गया। सैल का मतलब होंदा बेचना, तो बेचना का उल्टा की होंदा खरीदना, तो खरीदना नूं अंग्रेजी की कहंदे ने बाय, सो बाय आ गया, ठीक है ना। कम का मतलब होंदा है आना, तो आना का उल्टा की होंदा है जाना, तो जाना नूं इंग्लिश की कहंदे गो, सो गो आ गया। क्वाइट का मतलब होंदा है शांत, हौली, है ना, बिल्कुल। तो ਇਹਦਾ उल्टा की होंदा है रौला गाला, उच्चा आवाज़ वाला, ਇਹਦਾ लाउड, ਉਹਨੂੰ ਅਸੀਂ ਕਹਿੰਦੇ ਆ। ਜਾਂ ਇਹਦੀ नॉइजी भी लिख सकते हैं, रौला रप्पे वाला, लाउड लिख सकते हैं, नॉइजी लिख सकते हैं। क्वाइट के बड़े सारे विरोधी शब्द हो सकते हैं, क्योंकि क्वाइट के काफ़ी सारे मतलब है, पर तुसीं हाले इन्ना कुछ जान लो, क्वाइट शांत, लाउड मैंने जिस आवाज़ां हैगियां काफ़ी, ठीक है। क्लाइंब अप, हथ फड़ के ऊपर चढ़ना, क्लाइंब डाउन, हथ फड़ के थल्ले आना। क्लाइंब का क्लाइंब भी रहेगा, अप दा
ਡਾਊਨ ਹੋ ਜਾਏਗਾ। ਕਲਾਈਂਬ ਅਪ ਮੈਨੇ ਫੜ ਕੇ, ਹੱਥ ਫੜ ਕੇ ਜਿੱਦਾਂ ਤਣੇ ਤੇ ਚੜਦਾ ਤੇ ਬੰਦਾ ਕਿੱਦਾਂ ਫੜਦਾ, ਇਹ ਜੱਫੀ ਬੰਨ੍ਹਦਾ ਰੁੱਖ ਨੂੰ ਫੜ ਕੇ ਆਪਣੇ ਉਂਗਲਾਂ ਦੇ ਨਾਲ ਕਿਤੇ ਗ੍ਰਿਪ ਲੈ ਕੇ ਪਕੜ ਲੈ ਕੇ ਉੱਤੇ ਚੜ੍ਹਦਾ। ਨਿਆਣੇ ਉੱਤੇ ਚੜ੍ਹਦੇ ਰੁੱਖਾਂ 'ਤੇ ਇੱਦਾਂ ਹੀ ਚੜ੍ਹੀ ਦਾ ਆਪਾਂ ਹੈ ਨਾ। ਅਤੇ ਕਲਾਈਂਬ ਅਪ ਅਤੇ ਉਤਰੀ ਦਾ ਵੀ ਇੱਦਾਂ ਹੀ ਹੈਗਾ, ਫੜ ਫੜ ਕੇ। ਸੋ ਕਲਾਈਂਬ ਅਪ ਦਾ ਉਲਟਾ ਹੋ ਗਿਆ ਕਲਾਈਂਬ ਡਾਊਨ। ਅੱਗੇ ਚਲੀਏ ਐਕਟੀਵਿਟੀ ਨੰਬਰ 7, ਇਹ ਹੈਗੀ ਲਾਸਟ ਐਕਟੀਵਿਟੀ ਤੁਹਾਡੀ। ਐਡ ED ਟੂ ਦੀ ਫੋਲੋਇੰਗ ਵਰਡਸ ਐਂਡ ਰਾਈਟ ਆ ਮੀਨਿੰਗਫੁਲ ਸੈਂਟੈਂਸ। ਕਹਿੰਦੇ ਜਿਹੜੇ ਹੇਠ ਲਿਖੇ ਸ਼ਬਦ ਨੇ ਉਹਨਾਂ ਦੇ ਅੰਤ ਵਿੱਚ ED ਲਿਖੋ ਅਤੇ ਉਸ ED ਲਿਖਣ ਤੋਂ ਬਾਅਦ ਉਹਦਾ ਇੱਕ ਅਰਥ ਭਰਪੂਰ, ਜਿਹਦਾ ਇੱਕ ਅਰਥ ਬਣਦਾ ਹੋਵੇ, ਜਿਹਦਾ ਕੋਈ ਮਤਲਬ ਬਣਦਾ ਹੋਵੇ, ਵਾਕ ਬਣਾਓ। ਉਹਨਾਂ ਨੇ ਉਦਾਹਰਨ ਦੇ ਦਿੱਤਾ ਸਟੇ। ਸਟੇ ਮੈਨੇ ਟਿਕਣਾ, ਰਹਿਣਾ, ਅਤੇ ਇਹਦੇ ਅੱਗੇ ED ਲਾਤਾ, ਮਤਲਬ ਭੂਤਕਾਲ ਬਣ ਗਿਆ। ਸਟੇਡ ਵਰਬ ਦੀ ਸੈਕਿੰਡ ਫਾਰਮ ਬਣ ਗਈ। ਆਈ ਸਟੇਡ ਇਨ ਜੰਮੂ ਫॉर ਅ ਵੀਕ। ਮੈਂ ਜੰਮੂ ਵਿਖੇ ਇੱਕ ਹਫ਼ਤੇ ਲਈ ਰਿਹਾ। ਇਹਦਾ ਇਹ ਮਤਲਬ ਹੋ ਗਿਆ ਪੰਜਾਬੀ 'ਚ। ਆਓ ਹੁਣ ਅਸੀਂ ਜਿਹੜੇ ਸ਼ਬਦ ਸਾਨੂੰ ਦਿੱਤੇ ਨੇ ਉਹਦੇ ਅੱਗੇ ED ਅਸੀਂ ਲਗਾ ਦੇਣਾ ਅਤੇ ਨਾਲ ਉਹਦੇ ਸੈਂਟੈਂਸ ਬਣਾ ਦੇਣੇ ਨੇ। ਆ ਦੇਖੋ ਜੀ, ਹੁਣ ਅਸੀਂ ਸੈਂਟੈਂਸ ਬਣਾ ਲੈਣੇ ਨੇ। ਸੋ ਵਾਂਟ ਦਾ ਬਣ ਗਿਆ ਵਾਂਟਿਡ। ਵਾਂਟਿਡ ਮੈਨੇ ਇੱਛਾ ਰੱਖਣੀ, ਵਾਂਟ ਮੈਨੇ ਇੱਛਾ ਰੱਖਣੀ, ਵਾਂਟ ਮੈਨੇ ਇੱਛਾ ਰੱਖੀ, ਚਾਹਿਆ। ਹੀ ਵਰਕਡ ਹਾਰਡ। ਉਹ ਬੱਚੇ ਮੈਂ ਇੱਥੇ ਅੰਡਰਲਾਈਨ ਕਰਨਾ, ਇੱਥੇ ਅੰਡਰਲਾਈਨ ਨਹੀਂ ਕਰਨਾ ਸੀ, ਇੱਥੇ ਅੰਡਰਲਾਈਨ ਕਰਨਾ ਸੀਗਾ। ਚਲੋ ਕੋਈ ਨਹੀਂ, ਇਹ ਛੋਟੀ ਜਿਹੀ ਗਲਤੀ, ਵੈਸੀ ਗੱਲ ਨਹੀਂ। ਇਹ ਇੱਧਰੋਂ ਅੰਡਰਲਾਈਨ ਹਟਾ ਕੇ ਇਹ ਵਾਂਟਿਡ ਇੱਥੇ ਅੰਡਰਲਾਈਨ ਕਰ ਦਿਓ, ਠੀਕ ਹੈ। ਇਹ ਇੱਥੇ ਅੰਡਰਲਾਈਨ ਕਰ ਦਿਓ। ਹੀ ਵਰਕਡ ਹਾਰਡ, ਉਹਨੇ ਸਖਤ ਮਿਹਨਤ ਕੀਤੀ। ਵਰਕਡ ਹਾਰਡ ਮੈਨੇ ਸਖਤ ਮਿਹਨਤ ਕੀਤੀ। ਬਿਕੋਜ਼, ਕਿਉਂਕਿ ਹੀ ਵਾਂਟਿਡ ਟੂ ਸਕਸੀਡ, ਉਹ ਸਫਲ ਹੋਣਾ ਚਾਹੁੰਦਾ ਸੀ। ਸਕਸੀਡ ਦਾ ਮਤਲਬ ਹੁੰਦਾ ਹੈ ਬੱਚਿਓ ਸਫਲਤਾ ਪ੍ਰਾਪਤ ਕਰਨੀ, ਠੀਕ ਹੈ। ਅਤੇ ਸਕਸੈਸ ਹੁੰਦਾ ਸਫਲਤਾ, ਟੂ ਸਕਸੀਡ ਹੁੰਦਾ ਸਫਲਤਾ ਪ੍ਰਾਪਤ ਕਰਨੀ। ਉਹ ਸਫਲਤਾ ਪ੍ਰਾਪਤ ਕਰਨੀ ਚਾਹੁੰਦਾ ਸੀ, ਇਸ ਕਰਕੇ ਉਹਨੇ ਮਤਲਬ ਕਿ ਉਹਨੇ ਸਖਤ ਮਿਹਨਤ ਕੀਤੀ। ਹੀ ਵਰਕਡ ਹਾਰਡ, ਉਹਨੇ ਸਖਤ ਮਿਹਨਤ ਕੀਤੀ। ਬਿਕੋਜ਼ ਹੀ ਵਾਂਟਿਡ ਟੂ ਸਕਸੀਡ, ਕਿਉਂਕਿ ਉਹ ਸਫਲਤਾ ਪ੍ਰਾਪਤ ਕਰਨਾ ਚਾਹੁੰਦਾ ਸੀ, ਉਹ ਸਫਲ ਹੋਣਾ ਚਾਹੁੰਦਾ ਸੀ। ਸੋ ਅਸੀਂ ਵਾਂਟਿਡ ਬਣਾਤਾ। ਇਹ ਵਰਕਡ ਦੀ ਜਗ੍ਹਾ ਇਹ ਅੰਡਰਲਾਈਨ ਹਟਾ ਕੇ ਇੱਥੇ ਤੁਸੀਂ ਇੱਧਰ ਕਰ ਲਿਓ, ਇੰਨਾ ਕੀ ਹੈ, ਇਹ ਕੋਈ ਵੱਡੀ ਗਲਤੀ ਨਹੀਂ ਹੈਗੀ। ਕਲਾਈਮ ਮੈਨੇ ਉੱਪਰ ਚੜ੍ਹਨਾ ਹੈ ਨਾ। ਸੋ ਕਲਾਈਮਡ ਵਾ ਕੇ ਉੱਤੇ ਚੜ੍ਹਿਆ। ਹੀ ਕਲਾਈਮਡ ਦਾ ਵਾਲ ਐਂਡ ਰੈਨ ਅਵੇ। ਉਹਨੇ ਕੰਧ ਟੱਪੀ। ਕਲਾਈਮਡ ਉਹਨੇ ਕੰਧ 'ਤੇ ਚੜ੍ਹਿਆ। ਹੀ ਕਲਾਈਮਡ ਦਾ ਵਾਲ ਐਂਡ ਰੈਨ ਅਵੇ। ਉਹ ਕੰਧ 'ਤੇ ਚੜ੍ਹਿਆ ਅਤੇ ਦੌੜ ਗਿਆ, ਠੀਕ ਹੈ। ਵੀ ਉਹਨੇ ਕੰਧ ਟੱਪ ਕੇ ਚੜ੍ਹਿਆ, ਛਾਲ ਮਾਰੀ, ਚਲਾ ਗਿਆ, ਠੀਕ ਹੈ। ਫਿਰ ਪਲੇ ਖੇਡਣਾ, ਪਲੇਡ ਖੇਡਿਆ, ਠੀਕ ਹੈ। ਇਹਦਾ ਬਣਾਇਆ ਸੀ ਸ਼ੀ ਪਲੇਡ ਦਾ ਗੇਮ ਵਿਦ ਡੈਡੀਕੇਸ਼ਨ। ਡੈਡੀਕੇਸ਼ਨ ਹੁੰਦਾ ਬੱਚਿਓ ਸਮਰਪਿਤ ਹੋ ਕੇ, ਪੂਰੇ ਧਿਆਨ ਦੇ ਨਾਲ, ਪੂਰੀ ਇਮਾਨਦਾਰੀ ਦੇ ਨਾਲ, ਪੂਰੀ ਮਿਹਨਤ ਦੇ ਨਾਲ। ਸ਼ੀ ਪਲੇਡ ਦਾ ਗੇਮ, ਉਹਨੇ ਖੇਡ ਬੜੇ ਸਮਰਪਿਤ ਹੋ ਕੇ ਖੇਡੀ, ਬੜੇ ਸਮਰਪਣ ਦੇ ਨਾਲ ਖੇਡੀ, ਠੀਕ ਹੈ। ਸੇਲਡ, ਸੇਲਡ ਮੈਨੇ ਹੁੰਦਾ ਬੱਚਿਓ ਪਾਣੀ ਰਾਹੀਂ ਜਾਣਾ। ਸ਼ਿਪ, ਹੁਣ ਦੇਖੋ ਮੈਂ ਕਿਉਂਕਿ ਸ਼ਿਪ 'ਤੇ ਕੰਮ ਕੀਤਾ ਅਤੇ ਮੈਂ ਚਲੋ ਉਹੀ ਸੈਂਟੈਂਸ ਬਣਾਤਾ। ਸ਼ਿਪ ਲੋਡਿਡ ਦਾ ਕਾਰਗੋ। ਕਾਰਗੋ ਹੁੰਦਾ ਬੱਚਿਓ ਮਾਲ, ਜਿਹੜਾ ਮਾਲ ਲੈ ਕੇ ਜਾਈਦਾ ਜਹਾਜ਼ਾਂ 'ਤੇ। ਲੋਡ ਹੁੰਦਾ ਲੋਡ ਕਰਨਾ, ਢੋਣਾ। ਸ਼ਿਪ ਲੋਡਿਡ ਦਾ ਕਾਰਗੋ, ਸ਼ਿਪ ਨੇ ਮਾਲ ਢੋ ਲਿਆ। ਐਂਡ ਸੇਲਡ ਅਵੇ, ਅਤੇ ਚਲਾ ਗਿਆ, ਮਤਲਬ ਸਮੁੰਦਰ ਵਿੱਚ ਚਲਾ ਗਿਆ, ਆਪਣੇ ਮੰਜ਼ਿਲ ਵੱਲ ਚਲਾ ਗਿਆ। ਸ਼ਿਪ ਲੋਡਿਡ ਦਾ ਕਾਰਗੋ, ਜਹਾਜ਼ ਨੇ ਮਾਲ ਢੋਇਆ ਅਤੇ ਚਲਾ ਗਿਆ। ਫਿਰ ਆ ਗਿਆ ਰੈਸਟ। ਰੈਸਟ ਮੈਨੇ ਹੁੰਦਾ ਬੱਚਿਓ ਆਰਾਮ ਕਰਨਾ, ਅਤੇ ਰੈਸਟਡ ਮੈਨੇ ਆਰਾਮ ਕੀਤਾ, ਠੀਕ ਹੈ। ਸੋ ਆਫਟਰ ਵਰਕਿੰਗ ਦਾ ਹੋਲ ਡੇ। ਆਫਟਰ ਮੈਨੇ ਮਗਰੋਂ, ਵਰਕਿੰਗ ਮੈਨੇ ਕੰਮ ਕਰਨ ਤੋਂ ਬਾਅਦ, ਕੰਮ ਕਰਨਾ। ਹੋਲ ਡੇ ਮੈਨੇ ਸਾਰਾ ਦਿਨ, ਸਾਰਾ ਦਿਨ ਕੰਮ ਕਰਨ ਮਗਰੋਂ। ਹੀ ਰੈਸਟਡ ਇਨ ਦਾ ਨਾਈਟ, ਉਹਨੇ ਰਾਤ ਨੂੰ ਆਰਾਮ ਕੀਤਾ, ਠੀਕ ਹੈ। ਰੈਸਟਡ ਆਫਟਰ ਵਰਕਿੰਗ ਦਾ ਹੋਲ ਡੇ। ਮੈਂ ਇੱਥੇ ਬੱਚਿਓ ਲੱਗਦਾ ਹੈ ਇੱਥੇ ਮੈਨੂੰ ਆਉਣਾ ਸੀ ਵਰਕਿੰਗ ਫॉर ਆਏਗਾ, ਠੀਕ ਹੈ। ਇਹ ਜਲਦਬਾਜ਼ੀ 'ਚ ਜਿੱਦਾਂ ਹੋ ਜਾਂਦੀ ਗਲਤੀਆਂ ਮੇਰੇ ਕੋਲੋਂ ਵੀ। ਤੁਸੀਂ ਇੱਥੇ ਲਿਖ ਲਓ ਆਫਟਰ ਵਰਕਿੰਗ ਫॉर ਦਾ ਹੋਲ ਡੇ। ਇਹ ਵਰਕਿੰਗ ਅਤੇ ਦੀ ਦੇ ਵਿੱਚ ਪਾ ਲਓ FOR, ਕਿਉਂ ਹੁਣ ਵੀਡੀਓ ਦਾ ਅਖੀਰ ਹੋ ਗਿਆ ਅਤੇ ਇੰਨੀ ਛੋਟੀ ਜਿਹੀ ਗਲਤੀ ਨੂੰ ਠੀਕ ਕਰਨ ਲਈ, ਸੁਧਾਈ ਕਰਨ ਲਈ ਫਿਰ ਮੁੜ ਕੇ ਵੀਡੀਓ ਬਣਾਉਣਾ ਅਤੇ ਫਿਰ ਉਹ ਸਮੇਂ ਦੀ ਬਹੁਤ ਜ਼ਿਆਦਾ ਬਰਬਾਦੀ ਹੋ ਜਾਏਗੀ। ਇਹ ਛੋਟੀ ਜਿਹੀ ਗਲਤੀ ਤੁਹਾਨੂੰ ਦੱਸਦੀ। ਵਰਕਿੰਗ ਅਤੇ ਦੀ ਦੇ ਵਿੱਚ ਤੁਸੀਂ ਲਿਖ ਲਓ FOR, ਠੀਕ ਹੈ। ਸੋ ਇਹ ਬਣ ਜਾਏਗਾ ਆਫਟਰ ਵਰਕਿੰਗ ਫॉर ਦਾ ਹੋਲ ਡੇ, ਸਾਰੇ ਦਿਨ ਲਈ ਕੰਮ ਕਰਨ ਤੇ ਮਗਰੋਂ। ਜਾਂ ਵੈਸੇ ਵਰਕਿੰਗ ਦਾ ਹੋਲ ਡੇ ਵੀ ਚੱਲ ਜਾਂਦਾ ਹੈ, ਐਸੀ ਗੱਲ ਨਹੀਂ,
पर जे पूरी तरह व्याकरण ਨੂੰ ਚੰਗੀ ਤਰ੍ਹਾਂ ਦੇਖਣਾ ਹੈ ਫਿਰ ਫॉर ਆਉਣਾ ਚਾਹੀਦਾ, ਠੀਕ ਹੈ। ਨਹੀਂ ਆਫਟਰ ਵਰਕਿੰਗ ਦਾ ਹੋਲ ਡੇ ਵੀ ਅਸੀਂ ਲਿਖ ਸਕਦੇ ਹਾਂ, ਐਸੀ ਗੱਲ ਨਹੀਂ। ਆਫਟਰ ਵਰਕਿੰਗ ਦਾ ਹੋਲ ਡੇ ਜਾਂ ਆਫਟਰ ਵਰਕਿੰਗ ਫॉर ਦਾ ਹੋਲ ਡੇ ਹੀ ਰੈਸਟਡ ਇਨ ਦਾ ਨਾਈਟ, ਉਹਨੇ ਰਾਤ ਨੂੰ ਆਰਾਮ ਕੀਤਾ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਤੁਹਾਡੀਆਂ ਐਕਟੀਵਿਟੀਜ਼ 3, 4, 5, 6 ਅਤੇ 7, ਉਹ ਸਾਰੀ ਐਕਸਰਸਾਈਜ਼ਾਂ ਦੇ ਹੱਲ ਇਹ 'ਚ ਕਰਕੇ ਦੱਸੇ ਹੋਏ ਨੇ। ਸੋ ਮੈਂ ਆਸ ਕਰਦਾ ਕਿ ਇਹ ਸਾਰੀ ਐਕਸਰਸਾਈਜ਼ਾਂ ਨੂੰ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਹੋਏਗਾ। ਕੋਈ ਸਮੱਸਿਆ ਆਉਂਦੀ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਲਿਖ ਕੇ ਮੈਨੂੰ ਦੱਸ ਸਕਦੇ ਹੋ। ਚੈਨਲ ਨੂੰ, ਇਸ ਉਦਮ ਨੂੰ ਤੁਸੀਂ ਸਾਰੇ ਸਪੋਰਟ ਕਰਨਾ ਹੈ, ਇਹਨੂੰ ਅੱਗੇ ਵਧਾਉਣਾ ਹੈ। ਇਹਦਾ ਮਤਲਬ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਕਰਨਾ ਹੈ। ਨਾਲ ਦੇ ਨਾਲ ਹੋਰ ਵਿਦਿਆਰਥੀਆਂ ਨੂੰ ਵੀ ਇਸ ਬਾਰੇ ਜਾਣਕਾਰੀ ਦੇਣੀ ਹੈ। 5ਵੀਂ ਅਤੇ 7ਵੀਂ ਜਮਾਤ ਦੇ ਬੱਚਿਆਂ ਦੇ ਵੀ ਇਸੇ ਤਰ੍ਹਾਂ ਦੇ ਅੰਗਰੇਜ਼ੀ ਦੇ ਪੂਰੇ ਲੈਸਨ ਬਣਾ ਕੇ ਵੀਡੀਓ ਬਣਾ ਕੇ ਪਾਏ ਜਾ ਰਹੇ ਨੇ। 6ਵੀਂ ਜਮਾਤ ਦੀ ਤੁਹਾਡੀ ਜਿਹੜੀ ਹੈਗੀ ਹੈ ਉਹਦੇ ਮੈਥ ਦੀ ਐਕਸਰਸਾਈਜ਼ਾਂ ਵੀ ਹੱਲ ਕਰਕੇ ਸਮਝਾ ਕੇ ਪੂਰੀ ਤਰ੍ਹਾਂ ਬਣਾ ਕੇ ਪਾਈਆਂ ਜਾ ਰਹੀਆਂ ਨੇ, ਠੀਕ ਹੈ ਜੀ। 2 ਚੈਪਟਰ ਦੇ ਪੂਰੇ ਹੋ ਚੁੱਕੇ ਨੇ, ਤੀਜਾ ਚੈਪਟਰ ਚੱਲਦਾ ਪਿਆ ਸ਼ਾਇਦ। ਅਤੇ 8ਵੀਂ 9ਵੀਂ 10ਵੀਂ ਜੇ ਤੁਹਾਡੇ ਕੋਈ ਵਿਦਿਆਰਥੀ ਜਾਣਦੇ ਹੋਣ ਤਾਂ ਉਹਨਾਂ ਨੂੰ ਦੱਸ ਦੇਣਾ ਕਿ 8ਵੀਂ 9ਵੀਂ 10ਵੀਂ ਦੇ ਸਾਰੇ ਸਵਾਲ ਹੱਲ ਕਰਕੇ ਵੀਡੀਓ ਬਣਾ ਕੇ ਸਮਝਾ ਕੇ ਪਾ ਦਿੱਤੇ ਗਏ ਨੇ। ਸੋ ਤੁਸੀਂ ਉਹ ਵਿਦਿਆਰਥੀ ਵੀ ਜਿਹੜੇ 8ਵੀਂ 9ਵੀਂ 10ਵੀਂ ਦੇ ਵੀ ਨੇ, ਉਹ ਮੈਥ ਦਾ ਪੂਰਾ ਲਾਹਾ ਇਸ ਚੈਨਲ ਰਾਹੀਂ ਲੈ ਸਕਦੇ ਨੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ। ਗੋਡ ਬਲੈਸ ਯੂ ਆਲ।